ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। BA BSc ਸਮੈਸਟਰ ਦੂਸਰਾ ਦੇ ਲਾਜ਼ਮੀ ਪੰਜਾਬੀ ਵਿਸ਼ੇ ਅਧੀਨ ਕਥਾ ਕਹਾਣੀ ਸੰਗ੍ਰਹਿ ਵਿੱਚੋਂ 10ਵੀਂ ਕਹਾਣੀ ਗੁੰਮਸ਼ੁਦਾ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਅੱਜ ਅਸੀਂ ਕਰਾਂਗੇ। ਉਸ ਤੋਂ ਪਹਿਲਾਂ ਜਿਨ੍ਹਾਂ ਵਿਦਿਆਰਥੀਆਂ ਨੇ ਹਾਲੇ ਤੱਕ ਇਸ ਕਹਾਣੀ ਨੂੰ ਨਹੀਂ ਪੜ੍ਹਿਆ, ਉਹ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਲਿੰਕ ਤੋਂ ਇਸ ਕਹਾਣੀ ਨੂੰ ਪੂਰਾ ਸੁਣੋ ਅਤੇ ਸਮਝੋ, ਤਾਂ ਜੋ ਤੁਹਾਨੂੰ ਪ੍ਰਸ਼ਨ ਉੱਤਰਾਂ ਦੀ ਚੰਗੀ ਤਰ੍ਹਾਂ ਸਮਝ ਪੈ ਸਕੇ। ਕਰਦੇ ਹਾਂ ਸ਼ੁਰੂ। ਪ੍ਰਸ਼ਨ ਪਹਿਲਾ, ਗੁੰਮਸ਼ੁਦਾ ਕਹਾਣੀ ਦਾ ਲੇਖਕ ਕੌਣ ਹੈ? ਉੱਤਰ ਹੈ ਕਿਰਪਾਲ ਕਜ਼ਾਕ। ਪ੍ਰਸ਼ਨ ਦੂਸਰਾ, ਗੁੰਮਸ਼ੁਦਾ ਕਹਾਣੀ ਦੇ ਪਾਤਰਾਂ ਦੇ ਨਾਂ ਲਿਖੋ। ਪਾਤਰ ਹਨ ਨੰਨਾ ਨਾਥ, ਚੰਦ ਕੌਰ, ਸ਼ੇਰ ਮਾਜਰੀਆ, ਕਰਤਾਰਾ, ਸੰਤਾ ਨੂਨ ਨਗਰ, ਕਟੋਹਰ, ਕੁਝ ਸਾਧ, ਦਿਗੰਬਰ ਨਾਥ, ਚੰਨਨ ਨਾਈ, ਗੁਲਜ਼ਾਰੋ, ਉਸਦਾ ਬੱਚਾ, ਸ਼ਰਧਾਲੂ। ਪ੍ਰਸ਼ਨ ਤੀਸਰਾ, ਨੰਨਾ ਨਾਥ ਚੰਦਕੌਰ ਦੇ ਜੈਕਾਰੇ ਨੂੰ ਸੁਣ ਕੇ ਕਿਉਂ ਕੰਬ ਜਾਂਦਾ ਹੈ ਅਤੇ ਉਸ ਤੋਂ ਸ਼ੰਖ ਕਿਉਂ ਨਹੀਂ ਵਜਾਇਆ ਜਾ ਰਿਹਾ? ਉੱਤਰ, ਇਸ ਦਾ ਕਾਰਨ ਚੰਦਕੌਰ 'ਚ ਆਈ ਤਬਦੀਲੀ ਅਤੇ ਉਸ ਵੱਲੋਂ ਦਿਖਾਈ ਜਾ ਰਹੀ ਦਲੇਰੀ ਸੀ। ਉਹ ਗੜ੍ਹ ਕੇ ਬੋਲਦੀ ਸੀ ਅਤੇ ਉਸ ਦੇ ਹੱਥ ਵਿੱਚ ਫੜੀ ਗਾਤਰੇ ਵਾਲੀ ਕਿਰਪਾਨ ਤੋਂ ਹਰ ਕੋਈ ਡਰਦਾ ਸੀ। ਪ੍ਰਸ਼ਨ ਚੌਥਾ, ਲੋਕਾਂ ਅਨੁਸਾਰ ਤਕੀਆ ਜ਼ਾਹਰਾ ਜ਼ਹੂਰ ਕਿਸ ਤਰ੍ਹਾਂ ਸੀ? ਉੱਤਰ, ਲੋਕ ਤਕੀਏ ਨੂੰ ਜ਼ਾਹਰਾ ਜ਼ਹੂਰ ਮੰਨਦੇ ਸਨ। ਉਹਨਾਂ ਅਨੁਸਾਰ ਜੇਕਰ ਕੋਈ ਇੱਕ ਵਾਰ ਉੱਥੇ ਆ ਕੇ ਨਿਭਦਾ ਸੀ ਤਾਂ ਜੱਗ ਵਿੱਚ ਉਸਦਾ 10 ਵਾਰੀ ਸਿਰ ਉੱਚਾ ਹੁੰਦਾ। ਲੋਕਾਂ ਨੇ ਅਜਿਹੇ ਕ੍ਰਿਸ਼ਮੇ ਅੱਖੀਂ ਦੇਖੇ ਸਨ। ਸੜਕ ਉੱਤੇ ਤੁਰੀ ਜਾਂਦੀ ਲਾਰੀ ਖਰਾਬ ਹੋ ਜਾਂਦੀ ਤਾਂ ਜਦੋਂ ਤੀਕ ਸਵਾਰੀਆਂ ਉਤਰ ਕੇ ਹਾਲਟੀ ਤੋਂ ਪਾਣੀ ਧਾਣੀ ਪੀਂਦੀਆਂ ਤਾਂ ਉਸਦਾ ਇੰਜਣ ਸਟਾਰਟ ਹੋ ਗਿਆ ਹੁੰਦਾ। ਇਸੇ ਤਰ੍ਹਾਂ ਨੂਰਪੁਰ ਦੇ ਲੱਦਾ ਸਿੰਘ ਤੇ ਗੁੱਜਰਾਂ ਨੂੰ ਆਪਣੇ ਵਗ ਸੰਬੰਧੀ ਬਾਬਾ ਨੰਨਾ ਨਾਥ ਅੱਗੇ ਝੂਠ ਬੋਲਣ ਦਾ ਬਹੁਤ ਬੁਰਾ ਫਲ ਭੋਗਣਾ ਪਿਆ ਸੀ। ਪ੍ਰਸ਼ਨ ਚੌਥਾ ਏ, ਨੰਨਾ ਨਾਥ ਨੇ ਤਕੀਏ ਦੇ ਕੋਲ ਕੀ ਬਣਾਇਆ ਸੀ? ਉੱਤਰ, ਨੰਨਾ ਨਾਥ ਨੇ ਤਕੀਏ ਦੇ ਕੋਲ ਚੌਖੰਡੀ ਉਸਾਰ ਕੇ ਧੂਣਾ ਗੱਡ ਦਿੱਤਾ। ਪ੍ਰਸ਼ਨ ਪੰਜਵਾਂ, ਤਕੀਏ ਤੇ ਨੰਨਾ ਨਾਥ ਦੇ ਲੋਕਾਂ ਵਿੱਚ ਜ਼ਾਹਰਾ ਜ਼ਹੂਰ ਪ੍ਰਸਿੱਧ ਹੋਣ 'ਤੇ ਕੀ ਹੋਇਆ? ਉੱਤਰ, ਤਕੀਏ ਤੇ ਨੰਨਾ ਨਾਥ ਦੇ ਜ਼ਾਹਰਾ ਜ਼ਹੂਰ ਪ੍ਰਸਿੱਧ ਹੋਣ ਨਾਲ ਦੇਖਦਿਆਂ ਉੱਥੇ ਹਲਟੀ ਦਾ ਬੈੱਡ, ਚੁਫੇਰੇ ਦਾ ਬਗਲ, ਭੋਜਨ ਭੰਡਾਰ ਤੇ ਰਾਹਗੀਰਾਂ ਲਈ ਕੁਟੀਰ ਆਸਣ ਤੇ ਛੰਨ ਬਣ ਗਈ ਸੀ। ਪ੍ਰਸ਼ਨ ਛੇਵਾਂ, ਨੰਨਾ ਨਾਥ ਛੰਨ ਹੇਠ ਬੱਧੇ ਵਛੇਰੇ ਨੂੰ ਕਿਉਂ ਕੁੱਟਣ ਲੱਗ ਪਿਆ ਸੀ? ਉੱਤਰ, ਕਿਉਂਕਿ ਜਦੋਂ ਉਸਨੇ ਸ਼ਹਿਰੀ ਪਰਿਵਾਰ ਦੀਆਂ ਕੁੜੀਆਂ ਦੇ ਜੋਬਨ ਨੂੰ ਦੇਖਿਆ ਸੀ ਤਾਂ ਉਹ ਕਾਮੁਕ ਭਾਵਾਂ ਨਾਲ ਬੇਚੈਨ ਹੋ ਗਿਆ ਸੀ, ਪਰੰਤੂ ਉਹ ਮਰਿਆਦਾ ਦੇ ਬੰਧਨ ਵਿੱਚ ਬੱਝਾ ਹੋਇਆ ਸੀ, ਜਿਸ ਕਰਕੇ ਉਸਦਾ ਹੋਰ ਤਾਂ ਕੋਈ ਵਸ ਚੱਲਦਾ ਨਹੀਂ ਸੀ। ਉਸਨੇ ਵਛੇਰੇ ਨੂੰ ਹੀ ਕੁੱਟਣਾ ਸ਼ੁਰੂ ਕਰ ਦਿੱਤਾ, ਜਿਹੜਾ ਸੜਕ ਤੋਂ ਘੋੜੀ ਟਾਂਗੇ ਨੂੰ ਲੰਘਦਾ ਦੇਖ ਕੇ ਕੰਨ ਚੁੱਕ ਲੈਂਦਾ ਸੀ ਅਤੇ ਉਸਦੇ ਸਰੀਰ ਉੱਤੇ ਕਾਮੁਕ ਕੰਬਣੀਆਂ ਛਿੜ ਪੈਂਦੀਆਂ ਸਨ। ਪ੍ਰਸ਼ਨ ਸੱਤਵਾਂ, ਨੰਨਾ ਨਾਥ ਦਾ ਪਹਿਲਾ ਨਾਂ ਕੀ ਸੀ? ਉਸਦੇ ਘਰ ਦੀ ਹਾਲਤ ਕਿਹੋ ਜਿਹੀ ਸੀ? ਉੱਤਰ, ਨੰਨਾ ਨਾਥ ਦਾ ਪਹਿਲਾ ਨਾਂ ਨੈਣੂ ਸੀ। ਉਹ ਬੇਜ਼ਮੀਨੇ ਜੱਟ ਲਾਭੇ ਅਮਲੀ ਦਾ ਡਰੂ ਪੁੱਤਰ ਸੀ। ਉਸਦੇ ਬਾਪ ਸਿਰ ਇੰਨਾ ਕਰਜ਼ਾ ਸੀ ਕਿ ਬੂੜੇ ਕਲਾਲ ਦੇ 2 ਛੜੇ ਭਰਾਵਾਂ ਨੂੰ ਨੈਣੂ ਦੀਆਂ 2 ਮੁਟਿਆਰ ਭੈਣਾਂ ਦਾ ਸਾਕ ਕਰਨ ਬਦਲੇ ਵੀ ਨਹੀਂ ਸੀ ਉਤਰਿਆ। ਗੁਰਬਤ ਕਰਕੇ ਨੈਣੂ ਬੂੜੇ ਦਾ ਸੀਰੀ ਬਣ ਗਿਆ ਸੀ, ਪਰ ਉਸਦੇ ਸੀਰ ਨਾਲ ਕਰਜ਼ੇ ਦਾ ਵਿਆਜ ਵੀ ਨਹੀਂ ਸੀ ਉਤਰਦਾ। ਪ੍ਰਸ਼ਨ ਅੱਠਵਾਂ, ਨੈਣੂ ਨੇ ਬੂੜੇ ਕਲਾਲ ਵਿਰੁੱਧ ਡਾਂਗ ਕਿਉਂ ਚੁੱਕ ਲਈ ਅਤੇ ਇਸ ਦਾ ਸਿੱਟਾ ਕੀ ਨਿਕਲਿਆ? ਉੱਤਰ, ਨੈਣੂ ਬੂੜੇ ਕਲਾਲ ਕੋਲ ਸੀਰੀ ਸੀ, ਜੋ ਕਿ ਬੜੇ ਨਿਰਦਈ ਸੁਭਾਅ ਵਾਲਾ ਸੀ। ਜਦੋਂ ਨੈਣੂ ਦੀਆਂ ਮੁਕਲਾਵੇ ਦੀਆਂ ਰੰਗੀਨ ਰਾਤਾਂ ਵੀ ਬੂੜੇ ਦੀ ਰੰਗੜਾਊ ਨੀਤੀ ਵਿੱਚ ਪੀੜੀਆਂ ਗਈਆਂ ਤਾਂ ਨੈਣੂ ਦੇ ਅੰਦਰਲੇ ਜੱਟ ਨੇ ਉਸ ਵਿਰੁੱਧ ਡਾਂਗ ਚੁੱਕ ਲਈ। ਗੱਲ ਤੂੰ ਮੈਂ ਤੋਂ ਵੱਧਦੀ ਗਾਲਾਂ ਤੱਕ ਪੁੱਜ ਗਈ। ਫਲਸਰੂਪ ਨੈਣੂ, ਜੋ ਕਿ ਬੂੜੇ ਦਾ ਕਰਜ਼ਾ ਤਾਂ ਲਾਹ ਨਹੀਂ ਸੀ ਸਕਦਾ, ਘਰੋਂ ਨਿਕਲ ਗਿਆ ਅਤੇ ਸਾਧ ਬਣ ਗਿਆ। ਪ੍ਰਸ਼ਨ ਨੌਵਾਂ, ਸਾਧਾਂ ਦੇ ਟੋਲੇ ਦਾ ਵੱਡਾ ਸਾਧ ਦਿਗੰਬਰ ਨਾਥ ਕਿੱਥੇ ਰਹਿੰਦਾ ਸੀ ਅਤੇ ਉਹ ਕਿਹੋ ਜਿਹਾ ਵਿਅਕਤੀ ਸੀ? ਉੱਤਰ, ਵੱਡਾ ਸਾਧ ਦਿਗੰਬਰ ਨਾਥ ਕਨਖਲ ਵਿੱਚ ਪਹਾੜ ਦੀ ਕੰਦਰਾ ਵਿੱਚ ਰਹਿੰਦਾ ਸੀ। ਉਹ ਸਿਰੇ ਦਾ ਪ੍ਰਾਣਾਯਾਮੀ ਸੀ। ਉਹ ਮੂੰਹ ਥਾਣੀ ਲੀੜਾ ਭਖ ਕੇ ਗੁਦਾ ਰਾਹੀਂ ਕੱਢ ਦਿੰਦਾ ਸੀ ਅਤੇ ਸਵਾਸ ਖਿੱਚ ਕੇ ਕੰਠ ਵਿੱਚ ਲੈ ਜਾਂਦਾ ਸੀ। ਉਹ ਅੱਠੀਂ ਪਹਿਰੀਂ ਅੰਨ ਮੂੰਹ ਨੂੰ ਲਾਉਂਦਾ ਸੀ। ਉਸਦੀਆਂ ਅੱਖਾਂ ਮੱਚਦੀਆਂ ਸਨ ਅਤੇ ਚਿਹਰੇ ਉੱਤੇ ਨੂਰ ਚੋਂਦਾ ਸੀ। ਜਦੋਂ ਉਸਦੇ ਚੇਲੇ ਲੰਗਰ ਖਾਣ ਬੈਠਦੇ ਤਾਂ ਉਹ ਉਹਨਾਂ ਦੇ ਮੋਹਰੇ ਭੋਜਨ ਪਰੋਸੇ ਜਾਣ ਮਗਰੋਂ ਉਹਨਾਂ ਦੇ ਵਿਚਕਾਰ ਆ ਕੇ ਧਿਆਨ ਧਰਨ ਲਈ ਕਹਿੰਦਾ। ਜੇਕਰ ਕਿਸੇ ਚੇਲੇ ਦਾ ਅੰਤਰ ਧਿਆਨ ਟੁੱਟਦਾ ਤਾਂ ਸੰਗਲੀ ਉਸਦੇ ਕੋੜੇ ਵਾਂਗ ਪਿੰਡੇ ਉੱਤੇ ਵਰਦੀ। ਪੋਹ ਮਾਘ ਦੀਆਂ ਠਰੀਆਂ ਰਾਤਾਂ ਵਿੱਚ ਜਲ ਧਾਰਾ ਹੁੰਦੀ ਅਤੇ ਜੇਠ ਹਾੜ ਵਿੱਚ ਧੂਣੇ ਤਪਦੇ। ਉਹ ਕਾਮ, ਕ੍ਰੋਧ, ਮਾਸ, ਮਦਿਰਾ, ਇੱਛਾ, ਗ੍ਰਹਿ ਗ੍ਰਹਿਸਤ ਅਤੇ 9 ਇੰਦਰੀਆਂ ਦੇ ਭੋਗ ਨੂੰ ਵਰਜਿਤ ਕਰਾਰ ਦਿੰਦਾ ਸੀ। ਪ੍ਰਸ਼ਨ 10ਵਾਂ, ਦਿਗੰਬਰ ਨਾਥ ਨੇ ਨੈਣੂ ਨੂੰ ਮੁਦਰਾ ਬਖਸ਼ਣ ਸਮੇਂ ਕੀ ਸਿੱਖਿਆ ਦਿੱਤੀ? ਉੱਤਰ,
ਦਿਗੰਬਰ ਨਾਥ ਨੇ ਨੈਣੂ ਨੂੰ ਮੁਦਰਾ ਬਖਸ਼ਣ ਸਮੇਂ 5 ਵਚਨ ਕਹੇ ਤੇ ਧੂਣੇ ਵੱਲ ਇਸ਼ਾਰਾ ਕਰਦਿਆਂ ਕਾਮ ਕ੍ਰੋਧ ਨੂੰ ਵਸ ਕਰਨ, ਕੇਵਲ ਅੰਤਰ ਆਤਮਾ ਦੀ ਸੁਣਨਾ, ਇੱਛਾ, ਮਾਸ, ਮਦਰਾ ਸਭ ਨੂੰ ਵਰਜਿਤ ਕਰਾਰ ਦਿੱਤਾ। ਗ੍ਰਹਿ ਅਤੇ ਗ੍ਰਹਿਸਥ ਨੂੰ ਵਿਸ਼ਟਾ ਦੱਸਿਆ। 9 ਇੰਦਰੀਆਂ ਦੇ ਭੋਗ ਨੂੰ ਨਰਕ ਦਾ ਭੋਗ ਦੱਸਿਆ ਅਤੇ 10ਵੇਂ ਦੁਆਰ ਨੂੰ ਬ੍ਰਹਮ ਦਾ ਯੋਗ ਦੱਸਿਆ। ਫਿਰ ਉਸ ਦੇ ਵਾਲਾਂ ਵਿੱਚ ਗੰਗਾ ਜਲ ਅਤੇ ਧੂਣੇ ਦੀ ਵਿਭੂਤੀ ਭੁੱਕਦਿਆਂ ਕਿਹਾ, ਜਾਓ ਸਿਮਰਨ ਔਰ ਭ੍ਰਮਣ ਕਰੋ, ਆਜ ਸੇ ਤੁਮ ਭਗਤ ਹੋਏ। ਪ੍ਰਸ਼ਨ 11ਵਾਂ, ਜਦੋਂ ਬਾਬਾ ਨੰਨਾ ਨਾਥ ਨੇ ਤਕੀਏ ਕੋਲ ਆ ਕੇ ਡੇਰਾ ਲਾ ਲਿਆ ਤਾਂ ਉਸਨੂੰ ਸਭ ਤੋਂ ਪਹਿਲਾਂ ਕਿਸ ਨੇ ਪਛਾਣਿਆ? ਉਸ ਤੋਂ ਪਿੱਛੋਂ ਉਸ ਕੋਲ ਕੌਣ ਆਇਆ? ਉੱਤਰ, ਤਕੀਏ ਵਿੱਚ ਡੇਰਾ ਲਾ ਕੇ ਬੈਠੇ ਬਾਬਾ ਨੰਨਾ ਨਾਥ ਨੂੰ ਸਭ ਤੋਂ ਪਹਿਲਾਂ ਉਸਦੇ ਪਿੰਡ ਦੇ ਚੰਨਣ ਨਾਈ ਨੇ ਪਛਾਣਿਆ। ਉਸ ਤੋਂ ਪਿੱਛੋਂ ਉਸਦੀ ਪਤਨੀ ਗੁਲਜ਼ਾਰੋ ਉਸ ਕੋਲ ਨਿਆਣਾ ਚੁੱਕ ਕੇ ਆ ਗਈ। ਪ੍ਰਸ਼ਨ 12ਵਾਂ, ਨੰਨਾ ਨਾਥ ਨੇ ਤਕੀਏ ਦੇ ਕੋਲ ਕੀ ਬਣਾਇਆ? ਉੱਤਰ, ਨੰਨਾ ਨਾਥ ਨੇ ਤਕੀਏ ਦੇ ਕੋਲ ਆਪਣਾ ਹਿੰਦੂ ਹੋਣ ਕਾਰਨ ਕੁਝ ਦੂਰ ਹਟਵੀਂ ਮੰਦਰ ਦੀ ਚੁਖੰਡੀ ਉਸਾਰ ਕੇ ਧੂਣਾ ਗੜ ਦਿੱਤਾ, ਜਿਸ ਕਾਰਨ ਡੇਰਾ ਤਕੀਏ ਤੇ ਮੰਦਰ ਦਾ ਰਲਵਾਂ ਰੂਪ ਬਣ ਗਿਆ। ਪ੍ਰਸ਼ਨ 13ਵਾਂ, ਆਪਣੇ ਪਤੀ ਦਾ ਕਿਹੜਾ ਰੂਪ ਦੇਖ ਕੇ ਗੁਲਜ਼ਾਰੋ ਦੀ ਖਾਨਿਓ ਗਈ? ਉੱਤਰ, ਆਪਣੇ ਪਤੀ ਦੇ ਸਿਰ ਉੱਤੇ ਜਟਾਵਾਂ, ਧੁਆਂਖਿਆ ਰੰਗ, ਹੱਥ ਵਿੱਚ ਚਿਲਮ, ਤੇੜ ਲੰਗੋਟ, ਨਾਂਗਾ ਪਿੰਡਾ, ਉਲਝੀ ਦਾੜੀ ਤੇ ਮੂੰਹ ਵਿੱਚ ਹਰੀਓਮ ਹਰੀਓਮ ਦੇਖ ਕੇ ਗੁਲਜ਼ਾਰੋ ਦੀ ਖਾਨਿਓ ਗਈ। ਪ੍ਰਸ਼ਨ 14ਵਾਂ, ਜਦੋਂ ਗੁਲਜ਼ਾਰੋ ਜ਼ੇਰਾ ਕਰਕੇ ਨੰਨਾ ਨਾਥ ਦੇ ਸਾਹਮਣੇ ਖੜੀ ਹੋ ਕੇ ਬੋਲੀ, ਤੂੰ ਤਾਂ ਬਣਿਆ ਫਿਰਦਾ ਰਮਤਾ, ਦੱਸ ਮੈਂ ਕਿਹੜੇ ਖੂਹ ਵਿੱਚ ਡਿੱਗਾਂ, ਤਾਂ ਇਸ ਦਾ ਨੰਨਾ ਨਾਥ ਉੱਤੇ ਕੀ ਅਸਰ ਹੋਇਆ? ਉੱਤਰ, ਗੁਲਜ਼ਾਰੋ ਦੇ ਬੋਲ ਸੁਣ ਕੇ ਨੰਨਾ ਨਾਥ ਕੰਬ ਗਿਆ। ਉਸਨੂੰ ਆਪਣੇ ਸਿਰ ਉੱਤੇ ਜਟਾਂ ਬੋਝਲ ਜਾਪੀਆਂ ਤੇ ਵਿਭੂਤੀ ਮਿਰਚਾਂ ਵਾਂਗ ਲੜੀ। ਉਸਨੇ ਜ਼ਰਾ ਸੰਭਲ ਕੇ ਨਜ਼ਰ ਭਰ ਕੇ ਗੁਲਜ਼ਾਰੋ ਦੇ ਗੁੰਦਵੇਂ ਸਰੀਰ ਤੇ ਚੜ੍ਹਦੀ ਉਮਰ ਨੂੰ ਦੇਖਿਆ ਤਾਂ ਉਸਨੂੰ ਅਨੁਭਵ ਹੋਇਆ ਕਿ ਅਜਿਹੀ ਤੀਵੀਂ ਨੂੰ ਪਿੱਠ ਦੇ ਕੇ ਉਸਨੇ ਗਊ ਹੱਤਿਆ ਵਰਗਾ ਪਾਪ ਕੀਤਾ ਹੈ। ਪ੍ਰਸ਼ਨ 15ਵਾਂ, ਗੁਲਜ਼ਾਰੋ ਨਾਲ ਮੁਲਾਕਾਤ ਸਮੇਂ ਨੰਨਾ ਨਾਥ ਦੀ ਕੀ ਹਾਲਤ ਹੋਈ? ਉੱਤਰ, ਗੁਲਜ਼ਾਰੋ ਨਾਲ ਮੁਲਾਕਾਤ ਸਮੇਂ ਨੰਨਾ ਨਾਥ ਨੇ ਅਨੁਭਵ ਕੀਤਾ ਕਿ ਅਜਿਹੀ ਭਰਜਵਾਨ ਤੇ ਗੁੰਦਵੇਂ ਸਰੀਰ ਵਾਲੀ ਤੀਵੀਂ ਨੂੰ ਛੱਡ ਕੇ ਉਸਨੇ ਗਊ ਹੱਤਿਆ ਵਰਗਾ ਪਾਪ ਕੀਤਾ ਹੈ। ਉਸਨੂੰ ਆਪਣਾ ਜੋਗ ਬੋਝਲ ਦਿਸਿਆ ਤੇ ਗੁਲਜ਼ਾਰੋ ਦੀ ਨੇੜਤਾ ਸੁਖਦਾਇਕ। ਉਸਨੂੰ ਮਹਿਸੂਸ ਹੋਇਆ ਕਿ ਜਿਸ ਨੈਣੂ ਨੂੰ ਉਹ ਕਈ ਚਿਰ ਪਹਿਲਾਂ ਦਿਗੰਬਰ ਨਾਥ ਦੇ ਮੱਠ ਉੱਤੇ ਛੱਡ ਆਇਆ ਸੀ, ਉਹ ਉੱਥੇ ਕਿਤੇ ਨੇੜੇ ਹੀ ਖੜਾ ਸੀ। ਪ੍ਰਸ਼ਨ 16ਵਾਂ, ਚੰਦਕੌਰ ਦੇ ਮਾਤਾ ਪਿਤਾ ਦਾ ਕੀ ਬਣਿਆ ਤੇ ਉਸਦੇ ਮਾਮੇ ਨੇ ਕੀ ਕੀਤਾ? ਉੱਤਰ, ਚੰਦਕੌਰ ਕੁੰਦੂ ਮਜਬੀ ਦੀ ਧੀ ਸੀ। ਕਿਸੇ ਜੱਟ ਦਾ ਚੁੱਕਿਆ ਚੁਕਾਇਆ ਉਸਦਾ ਗਰੀਬ ਪਿਓ ਕਿਸੇ ਕਤਲ ਦੇ ਕੇਸ ਵਿੱਚ ਫਸ ਗਿਆ। ਉਸਦੀ ਮਾਂ ਤਰੀਕਾਂ ਭੁਗਤਦੀ ਮਰ ਗਈ। ਮਗਰੋਂ ਉਸਦਾ ਆਸਰਾ ਰਹਿ ਗਿਆ ਇੱਕ ਵੈਲੀ ਮਾਮਾ। ਉਸਨੇ ਜਵਾਨ ਚੰਦਕੌਰ ਦਾ ਮੁੱਲ ਵੱਟ ਲਿਆ ਤੇ ਉਹ ਬੀਕਿਆਂ ਦੀ ਨੂੰਹ ਬਣ ਗਈ। ਪ੍ਰਸ਼ਨ 17ਵਾਂ, ਚੰਦਕੌਰ ਦਾ ਵਿਆਹੁਤਾ ਜੀਵਨ ਕਿਹੋ ਜਿਹਾ ਸੀ? ਉੱਤਰ, ਚੰਦਕੌਰ ਬਹੁਤ ਘੱਟ ਜ਼ਮੀਨ ਵਾਲੇ ਬੀਕਿਆਂ ਜਿਨ੍ਹਾਂ ਨੂੰ ਕੋਈ ਸਾਕ ਨਹੀਂ ਸੀ ਦਿੰਦਾ ਦੀ ਨੂੰਹ ਬਣੀ। ਉਹ ਵਿਆਹੀ ਤਾਂ ਨੇਜੇ ਜਿੱਟਲ ਨਾਲ ਗਈ, ਪਰੰਤੂ ਉਹ ਪੰਜਾਂ ਦੀ ਪੰਚਾਲੀ ਬਣ ਕੇ ਰਹਿ ਗਈ। ਇੱਕ ਰਾਤ ਉਸਦੇ ਜੇਠ ਸੁੱਤੇ ਹੀ ਸੌਂ ਗਏ, ਜਿਸ ਕਰਕੇ ਸ਼ਰੀਕਾਂ ਨੇ ਉਸਦੀ ਬਹੁਤ ਬੇਇੱਜ਼ਤੀ ਕੀਤੀ, ਜਿਸ ਕਾਰਨ ਉਸਦੀ ਹਾਲਤ ਕਮਲਿਆਂ ਵਾਲੀ ਹੋ ਗਈ। ਪਹਿਲਾਂ ਗਲੀਆਂ ਵਿੱਚ ਰੁਲਦੀ ਰਹੀ, ਫਿਰ ਗੁਰਦੁਆਰੇ ਜਾ ਬੈਠੀ ਤੇ ਮਗਰੋਂ ਤਕੀਏ। ਕੁਝ ਸਮੇਂ ਮਗਰੋਂ ਉਸਨੇ ਅੰਮ੍ਰਿਤ ਛਕ ਲਿਆ ਤੇ ਉਹ ਕਾਫੀ ਦਲੇਰ ਹੋ ਗਈ। ਉਹ ਚਾਹੁੰਦੀ ਸੀ ਕਿ ਬਾਬਾ ਨੰਨਾ ਨਾਥ ਸਾਧੂ ਜੀਵਨ ਦਾ ਤਿਆਗ ਕਰ ਦੇਵੇ। ਉਸਨੇ ਆਪਣੀ ਬੇਇੱਜ਼ਤੀ ਕਰਨ ਵਾਲੇ ਹਜ਼ੂਰਾ ਸਿੰਘ ਬੀਕੇ ਦੀਆਂ ਆਂਦਰਾਂ ਦਾ ਕੁਤਰਾ ਕਰਕੇ ਉਸ ਤੋਂ ਆਪਣੇ ਨਾਲ ਕੀਤੀ ਦਾ ਬਦਲਾ ਲਿਆ। ਪ੍ਰਸ਼ਨ 18ਵਾਂ, ਹਜ਼ੂਰਾ ਸਿੰਘ ਬੀਕੇ ਦਾ ਕਤਲ ਕਿਸ ਤਰ੍ਹਾਂ ਹੋਇਆ ਸੀ? ਉੱਤਰ, ਹਜ਼ੂਰਾ ਸਿੰਘ ਬੀਕਾ ਆਪਣੇ ਘਰ ਦੇ ਸਿਖਰਲੇ ਚੁਬਾਰੇ ਵਿੱਚ ਸੁੱਤਾ ਪਿਆ ਸੀ। ਚੰਦਕੌਰ ਨੇ ਉਸ ਦੀਆਂ ਆਂਦਰਾਂ ਦਾ ਕੁਤਰਾ ਕਰਕੇ ਉਸ ਨੂੰ ਮਾਰ ਦਿੱਤਾ। ਸਵੇਰੇ ਲੋਕਾਂ ਨੇ ਉਸ ਦੀ ਲਾਸ਼ ਐਨ ਉਸ ਥਾਂ ਪਈ ਦੇਖੀ ਜਿੱਥੇ ਚੰਦਕੌਰ ਨੂੰ ਬੇਇੱਜ਼ਤ ਕੀਤਾ ਗਿਆ ਸੀ। ਪ੍ਰਸ਼ਨ 19ਵਾਂ, ਅੰਮ੍ਰਿਤ ਛਕਣ ਮਗਰੋਂ ਚੰਦਕੌਰ ਦੇ ਸੁਭਾਅ ਵਿੱਚ ਕੀ ਤਬਦੀਲੀ ਆਈ? ਉੱਤਰ, ਅੰਮ੍ਰਿਤ ਛਕਣ ਮਗਰੋਂ ਚੰਦਕੌਰ ਨੇ ਸਿਰ ਤੇ ਜੂੜਾ ਕਰ ਲਿਆ ਅਤੇ ਗਾਤਰੇ ਕਿਰਪਾਨ ਪਾ ਲਈ। ਉਸਦੇ ਚਿਹਰੇ ਤੇ ਲਾਲੀ ਸੀ ਤੇ ਮੂੰਹ ਵਿੱਚ ਬੋਲੇ ਸੋਨੇਹਾਲ। ਉਹ ਬਹੁਤ ਦਲੇਰ ਹੋ ਗਈ ਤੇ ਲੋਕ ਉਸ ਤੋਂ ਡਰਨ ਲੱਗ ਪਏ। ਉਸਦੀ ਗੜਕਵੀਂ ਆਵਾਜ਼ ਤੋਂ ਨੰਨਾ ਨਾਥ ਨੂੰ ਘਬਰਾਹਟ ਹੁੰਦੀ, ਪਰ ਉਹ ਉਸਦੀ ਦਲੇਰੀ ਨਾਲ ਰਸ਼ਕ ਕਰਦਾ। ਚੰਦਕੌਰ ਨੇ ਇਸੇ ਦਲੇਰੀ ਨਾਲ ਹੀ ਸਿਖਰਲੇ ਚੁਬਾਰੇ ਉੱਤੇ ਸੁੱਤੇ ਹਜ਼ੂਰਾ ਸਿੰਘ ਬੀਕੇ ਦਾ ਕਤਲ ਕਰਕੇ ਉਸ ਤੋਂ ਆਪਣੀ ਬੇਇੱਜ਼ਤੀ ਦਾ ਬਦਲਾ ਲਿਆ। ਉਸਨੇ ਹੀ ਨੰਨਾ ਨਾਥ ਦੇ ਕੰਨੋਂ ਮੁੰਦਰਾਂ ਧੋਣ ਮਗਰੋਂ ਉਸ ਨੂੰ ਸਾਧੂ ਜੀਵਨ ਛੱਡ ਕੇ ਆਪਣੇ ਘਰ ਜਾਣ ਲਈ ਕਿਹਾ। ਪ੍ਰਸ਼ਨ 20ਵਾਂ,
ਨੰਨਾ ਨਾਥ ਨੇ ਸਾਧੂ ਜੀਵਨ ਦਾ ਕਿਉਂ ਤਿਆਗ ਕੀਤਾ ਤੇ ਕਿਸ ਤਰ੍ਹਾਂ ਕੀਤਾ? ਉੱਤਰ, ਗੁਲਜ਼ਾਰੋ ਦੀ ਯਾਦ, ਚੰਦਕੁਰ ਦੀ ਹੋਂਦ ਤੇ ਪ੍ਰੇਰਨਾ ਅਤੇ ਵਿਛੇਰੇ ਦੀਆਂ ਕਾਮੁਕ ਹਰਕਤਾਂ ਨੇ ਨੰਨਾ ਨਾਥ ਦੇ ਮਨ ਵਿੱਚ ਘਰ ਦੀ ਖਿੱਚ ਪੈਦਾ ਕਰ ਦਿੱਤੀ। ਉਸ ਦੇ ਕੰਨ ਵਿੱਚੋਂ ਇੱਕ ਮੁਦਰਾ ਤਾਂ ਚੰਦਕੁਰ ਨੇ ਧੂ ਲਿਆ ਸੀ। ਅਗਲੇ ਦਿਨ ਉਸਨੇ ਦੂਜਾ ਆਪ ਧੂਣ ਦੀ ਕੋਸ਼ਿਸ਼ ਕੀਤੀ। ਫਿਰ ਉਸਨੇ ਆਪਣੇ ਗਲ ਵਿੱਚੋਂ ਕੱਚੀ ਅੱਟੀ ਵਿੱਚ ਪਰੋਈ ਮਣਕਿਆਂ ਦੀ ਮਾਲਾ ਨੂੰ ਤੋੜ ਕੇ ਧੂਣੇ ਵਿੱਚ ਸੁੱਟ ਦਿੱਤਾ। ਫਿਰ ਜਟਾਂ ਨੂੰ ਜੂੜੇ ਵਿੱਚ ਬੰਨ੍ਹ ਲਿਆ ਤੇ ਇਸ ਤਰ੍ਹਾਂ ਉਸਨੇ ਇੱਕ ਪਲ ਵਿੱਚ ਸਾਧੂ ਜੀਵਨ ਤਿਆਗ ਦਿੱਤਾ ਤੇ ਮਾਣ ਮਰਿਆਦਾ ਤੇ ਦਿਗੰਬਰ ਨਾਥ ਨੂੰ ਪੈਰਾਂ ਹੇਠ ਮਿੱਧਦਾ ਉੱਥੋਂ ਨਿਕਲ ਕੇ ਸੜਕ ਤੇ ਆ ਗਿਆ। ਪ੍ਰਸ਼ਨ 21ਵਾਂ, ਨੰਨਾ ਨਾਥ ਦਾ ਚਰਿੱਤਰ ਚਿਤਰਨ ਕਰੋ। ਉੱਤਰ, ਨੰਨਾ ਨਾਥ ਗਰੀਬ ਤੇ ਕਰਜ਼ਾਈ ਲਾਭੇ ਅਮਲੀ ਦਾ ਪੁੱਤਰ ਸੀ। ਉਹ 5 ਭੈਣਾਂ ਤੋਂ ਛੋਟਾ ਸੀ। ਉਹ ਬਾਪ ਦੇ ਕਰਜ਼ੇ ਬਦਲੇ ਬੂੜੇ ਕਲਾਲ ਦਾ ਸੀਰੀ ਬਣਿਆ ਸੀ, ਜੋ ਕਿ ਉਸ ਤੋਂ ਬੜੀ ਸਖਤੀ ਨਾਲ ਕੰਮ ਲੈਂਦਾ ਸੀ। ਜਦੋਂ ਸਖਤੀ ਕਰਕੇ ਉਸ ਦੀਆਂ ਮੁਕਲਾਵੇ ਦੀਆਂ ਰੰਗੀਨੀ ਰਾਤਾਂ ਦੀ ਵੀ ਖਰਾਬ ਹੋ ਗਈਆਂ ਤਾਂ ਉਸਨੇ ਬੂੜੇ ਵਿਰੁੱਧ ਡਾਂਗ ਚੁੱਕ ਲਈ ਤੇ ਉਸ ਨੂੰ ਗਾਲਾਂ ਕੱਢੀਆਂ। ਇਸ ਪ੍ਰਕਾਰ ਕਾਮੁਕ ਭਾਵਨਾਵਾਂ ਦੇ ਅਤ੍ਰਿਪਤ ਰਹਿਣ ਕਰਕੇ ਉਹ ਗੁੱਸੇ ਵਿੱਚ ਆ ਗਿਆ। ਪਿੰਡ ਛੱਡ ਕੇ ਉਹ ਦਿਗੰਬਰ ਨਾਥ ਦੇ ਡੇਰੇ ਦੀ ਕਠਿਨ ਸਾਧਨਾ ਕਰਦਾ ਸਾਧੂ ਬਣ ਗਿਆ ਤੇ ਫਿਰ ਉਸਨੇ ਪਿੰਡ ਤੋਂ ਕੁਝ ਕੁ ਦੂਰ ਡੇਰਾ ਲਾ ਲਿਆ। ਇੱਥੇ ਰਹਿੰਦਿਆਂ ਉਹ ਆਪਣੇ ਆਪ ਨੂੰ ਮਰਿਆਦਾ ਵਿੱਚ ਰੱਖਣ ਦਾ ਯਤਨ ਕਰਦਾ, ਪਰੰਤੂ ਗੁਲਜ਼ਾਰੋ ਦੀ ਫੇਰੀ ਨੇ ਉਸ ਦੇ ਅੰਦਰ ਕਾਮੁਕ ਰੁਚੀਆਂ ਜਗਾ ਦਿੱਤੀਆਂ ਤੇ ਉਹ ਬੇਚੈਨ ਰਹਿਣ ਲੱਗਾ। ਫਿਰ ਡੇਰੇ ਉੱਤੇ ਚੰਦਕੁਰ, ਵਿਛੇਰੇ ਤੇ ਸ਼ਹਿਰੀ ਕੁੜੀਆਂ ਦੇ ਆਉਣ ਨੇ ਉਸ ਦੇ ਅੰਦਰ ਇਹ ਰੁਚੀ ਹੋਰ ਪ੍ਰਚੰਡ ਕਰ ਦਿੱਤੀ ਤੇ ਅੰਤ ਚੰਦਕੁਰ ਦੀ ਪ੍ਰੇਰਨਾ ਤੋਂ ਉਤੇਜਿਤ ਹੋਇਆ ਉਹ ਮੁਦਰਾ, ਮਾਲਾ ਤੇ ਧੂਣਾ ਅਤੇ ਡੇਰਾ ਛੱਡ ਕੇ ਮੁੜ ਘਰ ਵੱਲ ਤੁਰ ਪਿਆ। ਪ੍ਰਸ਼ਨ 22ਵਾਂ, ਕੀ ਗੁੰਮਸ਼ੁਦਾ ਕਹਾਣੀ ਦਾ ਇਹ ਸਿਰਲੇਖ ਢੁਕਵਾਂ ਹੈ? ਉੱਤਰ, ਗੁੰਮਸ਼ੁਦਾ ਕਹਾਣੀ ਦਾ ਇਹ ਸਿਰਲੇਖ ਕਹਾਣੀਕਾਰ ਨੇ ਇਸ ਦੇ ਮੁੱਖ ਪਾਤਰ ਨੈਣੂ ਦੇ ਆਧਾਰ 'ਤੇ ਰੱਖਿਆ ਹੈ, ਜੋ ਕਿ ਨੰਨਾ ਨਾਥ ਦੇ ਰੂਪ ਵਿੱਚ ਸਾਧ ਬਣ ਕੇ ਆਪਣੇ ਨੈਣੂ ਰੂਪ ਤੋਂ ਗੁੰਮ ਹੋ ਗਿਆ ਸੀ, ਪਰੰਤੂ ਮਗਰੋਂ ਉਸਨੂੰ ਉਸਦਾ ਇਹ ਗੁੰਮਸ਼ੁਦਾ ਰੂਪ ਮੁੜ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਮੁੱਖ ਪਾਤਰ ਦੀ ਪ੍ਰਸਥਿਤੀ ਦੇ ਆਧਾਰ 'ਤੇ ਰੱਖਿਆ ਇਸ ਕਹਾਣੀ ਦਾ ਇਹ ਸਿਰਲੇਖ ਢੁਕਵਾਂ ਹੈ। ਇਹ ਸਨ ਇਸ ਕਹਾਣੀ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਤੇ ਅਜਿਹੀਆਂ ਹੋਰ ਵੀਡੀਓਜ਼ ਪ੍ਰਾਪਤ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੇਕਰ ਵੀਡੀਓ ਪਸੰਦ ਆਵੇ ਤਾਂ ਉਸਨੂੰ ਲਾਈਕ ਕਰੋ। ਧੰਨਵਾਦ।